ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਸਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਤੇ ਸਤਿਗੁਰ ਦੀ ਕਿਰਪਾ ਸਦਕਾ ਹੀ ਗਿਆਨ ਪ੍ਰਾਪਤ ਹੁੰਦਾ ਹੈ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ। हे ਪ੍ਰਭੂ, हे ਮੇਰੇ ਰਾਮ ਰਾਏ, ਸੰਤਾਂ ਨੂੰ ਤੇਰੀ ਹੀ ਟੇਕ ਹੈ, ਸੰਤਾਂ ਨੂੰ ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ। ਜਦ ਜਿਹੜੀ ਸੰਤਾਂ ਦੀ ਟੇਕ ਤੇਰੇ ਉੱਤੇ ਹੈ, ਸੰਤ ਤੇਰੇ ਹੀ ਸਹਾਰਾ ਭਾਲਦੇ ਹਨ, ਤੇਰਾ ਹੀ ਸਹਾਰਾ ਤੱਕਦੇ ਹਨ। ਜੋ ਤੁਧ ਭਾਵੈ ਸੋ ਪ੍ਰਵਾਨ, ਮਨ ਤਨ ਤੂੰ ਹੈ ਆਧਾਰੀ। ਕਹੇ ਪ੍ਰਭੂ, ਜੋ ਤੈਨੂੰ ਪਾਉਂਦਾ ਹੈ ਉਹੀ ਸੰਤਾਂ ਨੂੰ ਪਾਉਂਦਾ ਹੈ। ਸੰਤ ਉਸੇ ਨੂੰ ਪ੍ਰਵਾਨ ਮੰਨਦੇ ਹਨ, ਕਿਉਂਕਿ ਉਹਨਾਂ ਮਨ ਕਰਕੇ, ਤਨ ਕਰਕੇ ਤੈਨੂੰ ਆਪਣਾ ਆਧਾਰ ਬਣਾਇਆ ਹੈ। ਜੋ ਪ੍ਰਭੂ ਨੂੰ ਪਾਉਂਦਾ ਹੈ ਉਹ ਭਗਤਾਂ ਨੂੰ ਪ੍ਰਵਾਨ ਹੁੰਦਾ ਹੈ। ਜਿਵੇਂ ਆਪਾਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ, ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਦੇਖਦੇ ਹਾਂ, ਕਿੰਨੇ ਦੁੱਖ, ਕਿੰਨੇ ਤਕਲੀਫਾਂ ਆਈਆਂ, ਪਰ ਗੁਰੂ ਸਾਹਿਬਾਂ ਨੇ ਕਿਤੇ ਵੀ ਰੋਸਾ ਨਹੀਂ ਕੀਤਾ, ਕਿਉਂਕਿ ਜੋ ਪ੍ਰਭੂ ਨੂੰ ਪਾਉਂਦਾ ਉਸ ਨੂੰ ਮਿੱਠਾ ਕਰਕੇ ਮੰਨਿਆ। ਤੇਰਾ ਪਾਣਾ ਮਿੱਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮਾਗਾ। ਕਿਉਂਕਿ ਉਸ ਪ੍ਰਭੂ ਦੇ ਪਾਣੇ ਚ ਰਹਿਣਾ। ਜਿਹੜੇ ਪ੍ਰਭੂ ਦੇ ਭਗਤ ਨੇ ਉਹ ਜੋ ਵੀ ਪ੍ਰਭੂ ਨੂੰ ਪਾਉਂਦਾ ਹੈ ਉਹ ਉਸ ਨੂੰ ਪ੍ਰਵਾਨ ਮੰਨਦੇ ਹਨ, ਕਿਉਂਕਿ ਉਸ ਨੂੰ ਆਪਣਾ ਆਧਾਰ ਬਣਾਇਆ ਹੈ। ਇਹ ਪ੍ਰਭੂ ਤੈਨੂੰ ਹੀ ਆਪਣਾ ਆਧਾਰ ਬਣਾਇਆ ਹੈ। ਰਹੋ ਪੰਕਤੀਆਂ ਨੇ। ਤੇਰਾ ਭਾਣਾ ਤੂੰ ਹੈ ਮਨਾਹੇ, ਜਿਸ ਨੂੰ ਹੋਏ ਦਇਆਲਾ। ਹੁਣ ਜੇ ਪ੍ਰਭੂ ਦੇ ਜਿਹੜੇ ਭਗਤ ਨੇ, ਉਹਦੇ ਸੰਤ ਨੇ, ਜੇ ਉਸ ਦੇ ਭਾਣੇ ਨੂੰ ਮੰਨਦੇ ਨੇ, ਪ੍ਰਵਾਨ ਮੰਨਦੇ ਨੇ, ਜੋ ਵੀ ਪ੍ਰਭੂ ਨੂੰ ਪਾਉਂਦਾ ਉਹ ਉਸ ਦੇ ਭਗਤਾਂ ਨੂੰ ਪ੍ਰਵਾਨ ਹੈ, ਸੰਤਾਂ ਨੂੰ ਪ੍ਰਵਾਨ ਹੈ। ਇਹ ਵੀ ਸੰਤਾਂ ਦਾ ਨਹੀਂ, ਇਹ ਵੀ ਉਸ ਪ੍ਰਭੂ ਦੀ ਹੀ ਕਿਰਪਾ ਸਦਕਾ ਹੈ। ਇਸ ਕਰਕੇ ਇੱਥੇ ਸਮਝਾਉਂਦੇ ਨੇ, ਤੇਰਾ ਭਾਣਾ ਤੂੰ ਹੈ ਮਨਾਹੇ, ਕਿਉਂਕਿ ਆਪਣੇ ਆਪ ਤਾਂ ਕੋਈ ਭਾਣਾ ਤੇਰਾ ਮੰਨ ਵੀ ਨਹੀਂ ਸਕਦਾ। ਭਾਣੇ ਨੂੰ ਵੀ ਬੜੀ ਦੁਨੀਆ ਲੋਚਦੀ ਹੈ, ਭਾਣੇ ਨੂੰ ਲੋਚਾ ਸਭ ਕੋਈ, ਆਪਣਾ ਭਾਣਾ ਆਪ ਮਨਾਏਂਦਾ। ਕਿਉਂਕਿ ਜਦ ਤੱਕ ਆਪ ਦਇਆ ਨਹੀਂ ਕਰਦਾ, ਅਸੀਂ ਭਾਣੇ ਨੂੰ ਕਹਿ ਸਕਦੇ ਹਾਂ। ਕਹਿਣਾ ਬੜਾ ਸੌਖਾ ਹੈ, ਪਰ ਮੰਨਣਾ ਬੜਾ ਔਖਾ ਹੈ। ਪਰ ਸਾਡੇ ਗੁਰੂ ਸਾਹਿਬਾਨਾਂ ਨੇ ਮੰਨ ਕੇ ਦਿਖਾਇਆ ਹੈ, ਕਿਉਂਕਿ ਪਰਮੇਸ਼ਰ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਉਹਨਾਂ ਗੁਰੂ ਸਾਹਿਬਾਨਾਂ ਨੇ ਹੀ ਸਾਨੂੰ ਸਮਝਾਇਆ ਹੈ ਕਿ हे ਪ੍ਰਭੂ, ਤੇਰਾ ਭਾਣਾ ਵੀ ਤੂੰ ਹੀ ਮਨਾ ਸਕਦਾ ਹੈ। ਕਿਹਨਾਂ ਨੂੰ ਤੂੰ ਆਪਣਾ ਭਾਣਾ ਮਨਾਉਂਦਾ ਹੈ?
ਜਿਸ ਨੂੰ ਹੋਏ ਦਇਆਲਾ। ਜਿਸ ਤੇ ਤੂੰ ਦਇਆ ਕਰਦਾ ਹੈ, ਜਿਸ ਤੇ ਤੂੰ ਦਿਆਲੂ ਹੋ ਜਾਂਦਾ ਹੈ, ਉਸ ਨੂੰ ਫਿਰ ਤੂੰ ਆਪਣਾ ਭਾਣਾ ਆਪ ਹੀ ਮਨਾਉਂਦਾ ਹੈ। ਸਾਈ ਭਗਤ ਜੋ ਤੁਧ ਭਾਵੈ, ਤੂੰ ਸਰਬ ਜੀਆਂ ਪ੍ਰਤਪਾਲਾ। हे ਪ੍ਰਭੂ, ਤੂੰ ਸਾਰੇ ਜੀਆਂ ਨੂੰ ਪਾਲਣਹਾਰ ਹੈ। ਪਰ ਜਿਹੜੀ ਭਗਤੀ ਤੇਰੀ ਭਗਤੀ ਹੈ, ਭਗਤੀ ਬੜੀ ਦੁਨੀਆ ਕਰਦੀ ਹੈ, ਪਰ ਅਸਲ ਦੇ ਵਿੱਚ ਉਹੀ ਭਗਤੀ ਹੈ ਜਿਹੜੀ ਤੈਨੂੰ ਪਾਉਂਦੀ ਹੈ। ਸਾਈ ਭਗਤ ਜੋ ਤੁਧ ਭਾਵੈ, ਉਹੀ ਭਗਤੀ ਪ੍ਰਵਾਨ ਹੈ ਜਿਹੜੀ ਪ੍ਰਭੂ ਨੂੰ ਪਾਉਂਦੀ ਹੈ। ਲੇਕਿਨ ਨਹੀਂ ਤਾਂ ਉਹ ਸਾਰਿਆਂ ਨੂੰ ਪਾਲਦਾ ਹੈ, ਭਗਤੀ ਵੀ ਸਾਰਾ ਸੰਸਾਰ ਕਰਦਾ ਹੈ। ਪਰ ਉਹ ਭਗਤ ਪ੍ਰਵਾਨ ਨੇ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ। ਜਿਵੇਂ ਰਹਿਰਾਸ ਦੀ ਬਾਣੀ ਚ ਆਪਾਂ ਪੜ੍ਹਦੇ ਹਾਂ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਦਇਆਲ ਕਿਰਪਾਲ ਕਿਰਪਾ ਨਿਧ, ਮਨਸਾ ਪੂਰਨ ਹਾਰਾ। हे ਪ੍ਰਭੂ, ਤੂੰ ਸਦਾ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਕਿਰਪਾ ਦਾ ਖਜ਼ਾਨਾ ਹੈ। ਤੂੰ ਮਨ ਦੀ ਮਨਸਾ ਨੂੰ ਪੂਰਨ ਹਾਰਾ ਹੈ, ਕਿਉਂਕਿ ਤੇਰੇ ਕੋਲ ਸਭ ਖਜ਼ਾਨਾ ਹੈ। ਪਰ ਕਿਹੜੀ ਮਨਸਾ ਪੂਰੀ ਕਰਦਾ ਹੈ ਪ੍ਰਭੂ? ਜਦੋਂ ਮਨ ਦੀ ਮਨਸਾ ਬਣਦੀ ਹੈ, ਕਿਉਂਕਿ ਗੁਰਬਾਣੀ ਮਨ ਤੇ ਹੈ। ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। हे ਪ੍ਰਭੂ, ਜਿਹੜੇ ਤੇਰੇ ਭਗਤ ਨੇ ਉਹਨਾਂ ਦੀ ਤੂੰ ਮਨਸਾ ਪੂਰਨਹਾਰ ਹੈ। ਉਹ ਤੇਰੇ ਸਾਰੇ ਭਗਤ ਨੇ ਜਿਹੜੇ ਤੂੰ ਸਾਰਿਆਂ ਨੂੰ ਦਾ ਦਾਤਾ ਹੈ। ਦਾਤਾ ਵੀ ਕਿੱਥੇ ਵਸਣ ਵਾਲਾ ਹੈ? ਤੂੰ ਪ੍ਰਾਣਪਤ ਦਾਤਾ ਹੈ, ਕਿਉਂਕਿ ਭਗਤਾਂ ਨੂੰ ਇੰਨਾ ਨੇੜੇ ਹੈ ਕਿ ਤੂੰ ਹੀ ਸਵਾਸ ਦੇ ਕੇ ਪਾਲਦਾ ਹੈ। ਸਾਰੇ ਸੰਸਾਰ ਨੂੰ ਉਹੀ ਪਾਲਦਾ ਹੈ, ਲੇਕਿਨ ਜੀਵਾਂ ਨੂੰ ਗਿਆਨ ਨਹੀਂ ਹੈ ਕਿ ਇੰਨਾ ਨੇੜੇ ਪ੍ਰਭੂ ਬੈਠਾ ਹੈ, ਸਾਨੂੰ ਪਾਲ ਰਿਹਾ ਹੈ, ਇੰਨਾ ਨੇੜੇ ਵਸਦਾ ਹੈ ਸਾਡੇ। ਲੇਕਿਨ ਭਗਤਾਂ ਨੂੰ ਗਿਆਨ ਹੈ, ਇਸ ਕਰਕੇ ਉਸ ਨੂੰ ਜਿੱਥੋਂ ਸਵਾਸ ਆਉਂਦੇ ਉਹ ਇਹਨਾਂ ਨੇੜੇ ਦੇਖਦੇ ਨੇ। ਤੇ ਭਗਤਾਂ ਨੂੰ ਉਹ ਪਿਆਰਾ ਪ੍ਰਭੂ, ਕਿਉਂਕਿ ਪ੍ਰੇਮ ਹੀ ਭਗਤੀ ਹੈ। ਤੇ ਭਗਤ ਜਿਹੜੇ ਸਾਰੇ ਹੀ हे ਪ੍ਰਭੂ ਤੇਰੇ ਨੇ। ਤੂੰ ਭਗਤਾਂ ਨੂੰ ਆਪਣੇ ਨੂੰ ਪਿਆਰਾ ਹੈ, ਕਿਉਂਕਿ ਤੂੰ ਪ੍ਰਾਣਪਤ ਦਾਤਾ ਹੈ। ਤੂੰ ਸਵਾਸ ਦੇਂਦਾ ਹੈ ਤਾਂ ਉਹ ਸਰੀਰ ਦੇ ਵਿੱਚ ਵਸਦੇ ਹਨ। ਇਸ ਕਰਕੇ ਇਹਨਾਂ ਨੇੜੇ ਪ੍ਰਭੂ ਨੂੰ ਜਾਣਦੇ ਨੇ ਭਗਤ, ਇਹਨਾਂ ਨੇੜੇ ਉਸ ਨੂੰ ਦੇਖਦੇ ਨੇ, ਇੱਥੇ ਹੀ ਪਿਆਰ ਕਰਦੇ ਹਨ। ਤੂੰ ਅਥਾ ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਪਾਤੇ। हे ਪ੍ਰਭੂ, ਤੂੰ ਅਥਾ ਹੈ, ਕਿਉਂਕਿ ਜਦੋਂ ਨੇੜੇ ਪਹਿਚਾਣ ਲੈਂਦੇ ਹਾਂ, ਫਿਰ ਜਿੱਥੇ ਤੱਕ ਦੇਖਦੇ ਹਾਂ ਉੱਥੇ ਤੱਕ ਸਾਨੂੰ, ਜਿੱਥੇ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ ਉੱਥੇ ਤੱਕ ਅਸੀਂ ਉਸ ਨੂੰ ਦੇਖਦੇ ਹਾਂ ਤੇ ਸਾਨੂੰ ਸੋਝੀ ਹੋ ਜਾਂਦੀ ਹੈ ਕਿਸ ਦਾ ਕੋਈ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਲੇਕਿਨ ਅਸੀਂ ਕਿੰਨਾ ਕੁ ਦੂਰ ਤੱਕ ਜਾ ਸਕਦੇ ਹਾਂ? ਜਿਵੇਂ ਇੱਕ ਮੱਛਲੀ ਹੈ ਸਮੁੰਦਰ ਦੇ ਵਿੱਚ, ਕਿੰਨਾ ਕੁ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਲੇਕਿਨ ਸਮੁੰਦਰ ਦੇ ਆਨੰਦ ਨੂੰ ਮਾਣਦੀ ਹੈ ਜਿੱਥੇ ਤੱਕ ਉਸ ਦਾ ਘੁੰਮਣਾ ਹੁੰਦਾ ਹੈ, ਚੱਲਣਾ ਜਾਣਾ ਹੁੰਦਾ ਹੈ, ਤੈਰਨਾ ਹੁੰਦਾ ਹੈ। ਸਾਰੇ ਪਾਸੇ ਅਥਾਹ ਸਮੁੰਦਰ ਹੈ। ਏਦਾਂ ਹੀ ਅਸੀਂ ਉਸ ਵਿੱਚ ਵਸਦੇ ਹਾਂ, ਉਸ ਨੂੰ ਜਿੱਥੇ ਦੇਖਦੇ ਉੱਥੇ ਹੀ ਪ੍ਰਗਟ ਹੈ। ਲੇਕਿਨ ਜੇ ਕੋਈ ਕਹੇ ਵੀ ਉਸ ਦਾ ਅੰਤ ਕੋਈ ਪਾ ਸਕਦਾ ਹੈ, ਉਸ ਦਾ ਅੰਤ ਕਦੇ ਵੀ ਕੋਈ ਨਹੀਂ ਪਾ ਸਕਿਆ। ਇਸ ਕਰਕੇ ਉਸ ਨੂੰ ਅਪਾਰ ਕਹਿ ਦਿੱਤਾ। ਉਸ ਦਾ ਪਾਰਾਵਾਰ ਨਹੀਂ ਹੈ, ਉਹ ਅਥਾਹ ਹੈ, ਉਸ ਦਾ ਕੋਈ ਥਾਂ ਨਹੀਂ ਹੈ, ਉਹ ਅਤ ਉੱਚਾ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। हे ਪ੍ਰਭੂ, ਤੇਰੇ ਵਰਗਾ ਤੂੰ ਅਥਾਹ ਹੈ, ਤੂੰ ਅਪਾਰ ਹੈ, ਤੂੰ ਅਤ ਉੱਚਾ ਹੈ, ਕੋਈ ਵੀ ਤੇਰੇ ਵਰਗਾ ਦੂਜਾ ਨਹੀਂ ਹੈ। ਇਹ ਅਰਦਾਸ ਹਮਾਰੀ ਸੁਆਮੀ, ਬਿਸਰ ਨਾਹੀ ਸੁਖ ਦਾਤੇ। ਤੇ हे ਪ੍ਰਭੂ, ਤੇਰੇ ਚਰਨਾਂ ਦੇ ਵਿੱਚ ਸਾਡੀ ਇੱਕ ਹੀ ਅਰਦਾਸ ਹੈ ਕਿ ਤੂੰ ਸਾਨੂੰ ਵਿਸਰੀ ਨਾ, ਵਿਸਾਰੀ ਨਾ, ਸਾਤੋਂ ਵਿਸਰ ਨਾ ਜਾਈ। ਕਿਉਂਕਿ ਤੂੰ ਹੁਣ ਜਦੋਂ ਪ੍ਰਭੂ ਦਾ ਮਿਲਾਪ ਹੋ ਗਿਆ, ਸੁੱਖਾਂ ਦੇ ਦਾਤੇ ਦਾ ਮਿਲਾਪ ਹੋ ਗਿਆ, ਜਿਵੇਂ ਆਪਾਂ ਸੁੱਖਾਂ ਦੇ ਵਿੱਚ ਹਿਲ ਜਾਂਦੇ ਹਾਂ, ਦੁੱਖ ਆਉਂਦਾ ਹੈ ਫਿਰ ਬੜਾ ਦੁੱਖ ਲੱਗਦਾ ਹੈ।
ਕੋਈ ਬੰਦਾ ਕੋਈ ਆਦਤ ਬਣ ਜਾਂਦੀ ਹੈ। ਇੱਕ ਗਰੀਬ ਵੀ ਰਹਿੰਦਾ ਹੈ, ਲੇਕਿਨ ਕੋਈ ਬੰਦਾ ਅਮੀਰ ਹੁੰਦਾ ਬਹੁਤ, ਫਿਰ ਉਸ ਕੋਲ ਗਰੀਬੀ ਆਵੇ ਉਸ ਨੂੰ ਬੜੀ ਸਹਿਣੀ ਔਖੀ ਹੋ ਜਾਂਦੀ ਹੈ। ਇੱਦਾਂ ਹੀ ਜਿਨ੍ਹਾਂ ਨੂੰ ਪ੍ਰਭੂ ਦੇ ਮਿਲਾਪ ਦਾ ਸੁੱਖ ਪ੍ਰਾਪਤ ਹੋ ਗਿਆ ਹੈ, ਉਸ ਦੇ ਆਨੰਦ ਨੂੰ ਮਾਣਦੇ ਹਨ। ਫਿਰ ਉਸ ਤੋਂ ਬਿਨਾਂ ਰਹਿਣਾ ਵੀ ਮੁਸ਼ਕਲ ਹੈ, ਕਠਿਨ ਹੈ। ਇਸ ਕਰਕੇ ਉਹ ਸੁੱਖਾਂ ਦਾ ਦਾਤਾ ਹੈ। ਹੇ ਪ੍ਰਭੂ, ਸੁੱਖਾਂ ਦੇ ਦਾਤੇ, ਤੂੰ ਸਾਤੋਂ ਹੁਣ ਵਿਸਰ ਨਾ ਜਾਈਂ। ਇੱਕ ਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ। ਦਿਨ ਰੈਣ ਸਾ ਸਾਸ ਗੁਣ ਗਾਵਾਂ, ਜੇ ਸੁਆਮੀ ਤੁਧ ਭਾਵਾ। ਹੇ ਸੁਆਮੀ, ਹੇ ਪ੍ਰਭੂ, ਜੇ ਮੈਂ ਤੈਨੂੰ ਪਾਉਂਦਾ ਹਾਂ ਫਿਰ ਐਸੀ ਮੇਰੇ ਤੇ ਕਿਰਪਾ ਕਰ। ਦਿਨ ਰਾਤ ਮੈਂ ਤੇਰੇ ਹੀ ਗੁਣ ਗਾਉਂਦਾ ਰਹਾ, ਤੇਰੀ ਹੀ ਸਿਫਤ ਸਲਾਹ ਕਰਦਾ ਰਹਾ। ਕਿਉਂਕਿ ਸਿਫਤ ਸਲਾਹ ਵੀ ਤਾਂ ਹੀ ਹੁੰਦੀ ਹੈ ਜੇ ਪ੍ਰਭੂ ਨੂੰ ਪਾਉਂਦੇ ਹਾਂ, ਫਿਰ ਆਪਣੀ ਸਿਫਤ ਸਲਾਹ ਆ ਬਖਸ਼ਿਸ਼ ਕਰਦਾ ਹੈ। ਨਾਨਕ ਤੇਰਾ ਸੁਖ, ਨਾਨਕ ਨਾਮ ਤੇਰਾ ਸੁਖ, ਨਾਨਕ ਮੰਗੈ ਸਾਹਿਬ ਤੁਠੈ ਪਾਵਾਂ। ਹੇ ਪ੍ਰਭੂ, ਤੇਰਾ ਨਾਮ ਜਿਹਦੇ ਵਿੱਚ ਸੁਖ ਹੀ ਸੁਖ ਨੇ, ਉਹ ਮੰਗਦਾ ਹਾਂ। ਤੇਰਾ ਦਾਸ ਤੇਰੇ ਨਾਮ ਨੂੰ ਮੰਗਦਾ ਹੈ। ਸਾਹਿਬ ਤੁਠੈ ਪਾਵਾਂ। ਤੇ ਹੇ ਪ੍ਰਭੂ, ਜੇ ਤੂੰ ਖੁਸ਼ ਹੋ ਜਾਵੇਂ ਫਿਰ ਹੀ ਮੈਨੂੰ ਇਹ ਪ੍ਰਾਪਤ ਹੋਏਗਾ। ਕਿਉਂਕਿ ਜਦ ਤੱਕ ਤੂੰ ਟੁੱਟਦਾ ਨਹੀਂ, ਤੂੰ ਖੁਸ਼ ਨਹੀਂ ਹੁੰਦਾ, ਤੈਨੂੰ ਪਾਉਂਦਾ ਨਹੀਂ, ਤੇਰੇ ਨਾਮ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਸੁੱਖਾਂ ਨੂੰ ਨਹੀਂ ਮਾਣ ਸਕਦੇ। ਜੇ ਤੂੰ ਖੁਸ਼ ਹੋ ਜਾਵੇ, ਜੇ ਤੂੰ ਟੁੱਟ ਜਾਵੇਂ, ਫਿਰ ਤੇਰਾ ਸੁਖ ਦੇਣ ਵਾਲਾ ਜਿਹੜਾ ਨਾਮ ਹੈ ਪ੍ਰਭੂ, ਮੈਂ ਉਸ ਨੂੰ ਪ੍ਰਾਪਤ ਕਰ ਸਕਦਾ ਹਾਂ। ਅਗਲਾ ਸ਼ਬਦ ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਮੇਰੇ ਰਾਮ ਹਉ ਸੋ ਥਾਨ ਪਾਲਣ ਆਇਆ। ਕਿ ਹੇ ਮੇਰੇ ਰਾਮ, ਹੇ ਮੇਰੇ ਪ੍ਰਭੂ, ਮੈਂ ਉਹ ਥਾਨ ਨੂੰ ਪਾਲਦਾ ਹਾਂ, ਉਹ ਥਾਨ ਪਾਲਣ ਆਇਆ ਹਾਂ। ਖੋਜਤ ਖੋਜਤ ਭਇਆ ਸਾਧ ਸੰਗ, ਤਿਨ ਸਰਨਾਈ ਪਾਇਆ। ਜਿਸ ਥਾਨ ਨੂੰ ਮੈਂ ਪਾਲਣ ਆਇਆ ਸੀ, ਜਿੱਥੇ ਮੇਰਾ ਪ੍ਰਭੂ ਵਸਦਾ ਹੈ, ਪਰ ਉਸ ਨੂੰ ਜਦੋਂ ਪਾਲਣਾ ਸ਼ੁਰੂ ਕੀਤਾ, ਖੋਜਣਾ ਸ਼ੁਰੂ ਕੀਤਾ, ਖੋਜਤ ਖੋਜਤ ਭਇਆ ਸਾਧ ਸੰਗ, ਕਹਿੰਦੇ ਸਾਧੂ ਜਨਾਂ ਦਾ ਸੰਗ ਕਰਕੇ ਖੋਜਿਆ, ਤਿਨ ਸਰਨਾਈ ਪਾਇਆ। ਕਹਿੰਦੇ ਸਾਧੂ ਜਨਾਂ ਦੀ ਸੰਗਤ ਜਾ ਕੇ ਜਦੋਂ ਉਹਨਾਂ ਦੀ ਸ਼ਰਨ ਚ ਗਏ, ਉਹਨਾਂ ਤੋਂ ਗਿਆਨ ਲੈ ਕੇ ਖੋਜਿਆ ਤੇ ਫਿਰ ਤੈਨੂੰ ਪ੍ਰਾਪਤ ਕਰ ਲਿਆ। ਕਿਉਂਕਿ ਤੈਨੂੰ ਪ੍ਰਭੂ ਨੂੰ ਮਿਲਣ ਵਾਸਤੇ ਆਏ ਹਾਂ ਸਾਰੇ ਹੀ। ਜਿੱਥੇ ਪ੍ਰਭੂ ਵਸਦਾ ਹੈ ਸਾਡੇ ਅੰਦਰ, ਉਸ ਥਾਨ ਦੀ ਸਾਨੂੰ ਭਾਲ ਹੈ। ਪਰ ਉਹ ਥਾਨ ਦੀ ਪ੍ਰਾਪਤੀ ਕਦੋਂ ਹੁੰਦੀ ਹੈ? ਜਦੋਂ ਸਾਧੂ ਜਨਾਂ ਦਾ ਸੰਗ ਪ੍ਰਾਪਤ ਹੁੰਦਾ। ਸਾਧੂ ਜਨ ਸਾਨੂੰ ਦੱਸਦੇ ਨੇ ਕਿਵੇਂ ਆਪਾਂ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਜਿੱਥੇ ਸਾਡਾ ਪ੍ਰਭੂ ਵਸਦਾ ਹੈ, ਜਿੱਥੇ ਸਾਡੇ ਮਨ ਦੇ ਵਾਸਤੇ ਨਾਮ ਦਾ ਖਜ਼ਾਨਾ ਹੈ। ਇਹ ਰਹੋ ਪੰਕਤੀਆਂ ਨੇ। ਬਿਸਰੈ ਨਾਹੀ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਿਹਾ। ਕੀ ਪਾਲਣਾ ਆਇਆ ਸੀ, ਕਿਵੇਂ ਪਾਇਆ? ਕਿ ਐਸਾ ਜਿਹੜਾ ਥਾਨ, ਕਿਹੋ ਜਿਹਾ ਤੇਰਾ ਥਾਨ ਹੈ, ਜਿੱਥੇ ਤੂੰ ਕਦੇ ਵੀ ਵਿਸਰਦਾ ਨਹੀਂ ਹੈ। ਵਿਸਰਨਾ ਹੀ ਜਿਤ ਤੂੰ ਕਬਹੂੰ, ਜਿੱਥੇ ਤੂੰ ਕਦੇ ਵੀ ਵਿਸਰਦਾ ਨਹੀਂ ਹੈ। ਸੋ ਥਾਨ ਤੇਰਾ ਕਿਹਾ। ਉਹ ਕਿਹੋ ਜਿਹਾ ਤੇਰਾ ਥਾਨ ਹੈ, ਉਹ ਕਿਹਾ ਜਿਹਾ ਸਥਾਨ ਹੈ। ਆਠ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੇ ਦੇਹਾ। ਜਿੱਥੇ ਮੈਂ ਅੱਠੇ ਪਹਿਰ ਤੈਨੂੰ ਧਿਆਉਂਦਾ ਰਹਾ ਤੇ ਮੇਰਾ ਮਨ ਤੇ ਤਨ ਨਿਰਮਲ ਹੋ ਜਾਣ। ਕਿਉਂਕਿ ਜਦੋਂ ਉਸ ਨੂੰ ਧਿਆਉਂਦੇ ਰਵਾਂਗੇ, ਮਨ ਵੀ ਨਿਰਮਲ ਹੋ ਜਾਂਦਾ ਹੈ, ਤਨ ਵੀ ਨਿਰਮਲ ਹੋ ਜਾਂਦਾ ਹੈ। ਤਨ ਤਾਂ ਹੀ ਨਿਰਮਲ ਹੈ ਜੇ ਮਨ ਨਿਰਮਲ ਹੈ। ਜੇ ਮਨ ਮੈਲਾ ਹੈ, ਤਨ ਨੂੰ ਜਿੰਨਾ ਮਰਜ਼ੀ ਧੋ ਲਈਏ, ਤਨ ਵੀ ਮੈਲਾ ਹੀ ਹੈ। ਆਪਾਂ ਪੜ੍ਹਦੇ ਹਾਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਮਨ ਨਿਰਮਲ ਹੈ ਤਾਂ ਹੀ ਅਸੀਂ ਬਾਹਰੋਂ ਨਿਰਮਲ ਹਾਂ। ਇਸ ਕਰਕੇ
किवें निर्मल होना है? त्याग। पर त्याग कदों जाता है? वो थान जिथे प्रभु बसता है, उस थान का सानू ज्ञान हो जावे, जिथे तू फिर कदे भी बिसरदा नहीं। हाँ, वेद पढ़े पर ब्रह्मे हारे, एक तिल नहीं कीमत पाई। वेदां नूं पढ़ के पढ़ के ब्रह्मे हारे। ब्रह्मे जिहड़ा शब्द है बहुवचन है। ब्रह्मा एक वचन है, ब्रह्मे बहुवचन है। कहने तो भाव भी ब्रह्मे किन्ने ने? क्योंकि ब्रह्मे किन्ने ने संसार दे विच? ये संसार की है? सारा जगत है उस परमेश्वर दा घर है, उस परमेश्वर दा ये सारा ही आपां शरीर कह सकते हाँ। उहदे विच किन्ने वसदे ने ब्रह्मे? गिनती नहीं की जा सकती। कई करोड़, कई दी कोई हद नहीं होंदी। हद होंदी जिथे आपां कह दईए 1 करोड़ 2 करोड़ 5 करोड़, जिथे कई आ गया उत्थे कोई हद नहीं होंदी। इस करके सतगुरु जी समझाउंदे ने चौपी साहब दी बाणी दे विच कि अकाल पुरख की दे मोह, कोटक बिसन महेश, कोट इंद्र ब्रह्मा किते, रविसास करोड़ जलेस। करोड़ा ही ब्रह्मा, करोड़ा ही विष्णु, करोड़ा ही महेश, करोड़ा ही इंद्र, करोड़ा ही सूरज, करोड़ा ही चंद्रमा उस मालक दे विच ने। इस करके किन्ने ही ब्रह्मे। ब्रह्मा है कि ब्रह्मा है जिहड़े ज्ञानवान लोग ने, जिन्होंने आप विद्वान कह सकते हैं। हाँ, क्योंकि 3 जीव दे अंदर 3 दा वासा है, सारियां च बसते ने ब्रह्मा विष्णु ते महेश। जिहड़े ज्ञानवान लोग ने, जिहड़े पढ़े लिखे लोग ने, जिहड़े आप पढ़े हुए ने, होरां नूं पढ़ाउंदे ने जां साइंटिस्ट ने, ये सारे ही ब्रह्मा दे अधीन ने। ते जिहड़े लोग किरत करते ने, क्योंकि ब्रह्मा जिहड़ा है सिरजनहार है, कुछ भी चीज पैदा करता सिरजदा वो ब्रह्मा है, करता है। ते जिहड़ा विष्णु है वो पालनहार है, वो पालदा है संसार नूं। उसकी ड्यूटी पालन दी लगी है। संसार नूं पालन दे वास्ते जिथे किसान आ जाता है, मजदूर आ जाता है, क्योंकि पालना के लिए प्रसादा ही नहीं है, रहन दे वास्ते घर है, पहनण दे वास्ते कपड़ा है। 3 लोड़ां तां जिहड़ियां ने इंसान दियां बहुत जरूरी हैं। तो उस तो बाद होर लोड़ां अज कोई अंत नहीं साडियां। इस करके जिथे लोड़ां दी पूर्ति की जाती है वो विष्णु है। फिर जिथे इस संसार नूं इस दे खात्मे वाल लेके जाया जाता है, इसनूं नाश करन दे वास्ते वो फिर महेश है। वो किसी नूं झगड़ा किते झगड़ा करवा देंदा, किसी नूं क्रोध, किसी नूं लोभ दे विच, किसी नूं मोह दे विच फसा के बैर विरोध दे विच, क्योंकि लोभ दे विच झगड़ा हो जाता है। इदां फिर वो इस नूं नाश करता है, क्योंकि परमेश्वर अपने सिर नहीं लैंदा कुछ भी। इदां इसने अपने तो अगे पैदा किए ने, पर एक कोई गिनती कहिए कोई अंत नहीं। इस तो आप कह सकते कि जिहड़े विद्वान लोग ने, जिहड़े पढ़ पढ़ के वेदां नूं विचार विचार के चले गए, पर उसकी कीमत नहीं पा सके। वेद पढ़े पर ब्रह्मे हारे, क्योंकि अनपढ़ ने की पढ़ना है, ज्ञानवान ही पढ़ते हैं, पढ़े लिखे ही पढ़ते हैं। जिवें आपां पढ़ते हाँ कि परमेश्वर ने 4 वेद ब्रह्मे तो लिखवाए। हुण ब्रह्मा की सी? कोई वेद जिसनूं पढ़ लिखना आउंदा सी, जो पढ़ना जानदा सी। क्योंकि परमेश्वर की जो बाणी आउंदी सी उचारी गुरु साहिबाना ने, लिखण वाले
ਲਿਖਣ ਵਾਲੇ ਨੇ ਲਿਖੀ ਹੈ। ਇਸ ਕਰਕੇ ਬ੍ਰਹਮਾ ਤੋਂ ਲਿਖਵਾਈ ਗਈ ਹੈ, ਬ੍ਰਹਮਾ ਹੈ। ਕਹਿੰਦੇ ਇੱਕ ਤਿਲ ਜਿੰਨੀ ਕੀਮਤ ਨਹੀਂ ਪਾ ਸਕੇ ਪ੍ਰਭੂ ਦੀ, ਪਰਮੇਸ਼ਰ ਦੀ। ਪੜ੍ਹ ਕੇ ਚਲੇ ਗਏ, ਅੱਜ ਵੀ ਪੜ੍ਹ ਰਹੇ ਨੇ, ਕੋਈ ਅੰਤ ਹੀ ਨਹੀਂ, ਇਹਨੇ ਪੜ੍ਹ ਰਹੇ ਨੇ। ਸਾਧਕ ਸਿੱਧ ਫਿਰੇ ਵਿਲ ਲਾਤੇ ਤੇ ਪੀ ਮੋਹੇ ਮਾਈ। ਜਿਹੜੇ ਸਾਧਕ ਨੇ, ਸਾਧਨਾ ਕਰਨ ਵਾਲੇ ਨੇ, ਸਿੱਧ ਨੇ, ਜਿਹੜੇ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ, ਉਹ ਵੀ ਵਿਲਾਉਂਦੇ ਰਹੇ, ਫਿਰਦੇ ਰਹੇ। ਉਹ ਵੀ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਰਹੇ, ਕਿਉਂਕਿ ਰਿੱਧ ਸਿੱਧ ਸਭ ਮੋਹ ਹੈ। ਉਹ ਪ੍ਰਭੂ ਨੂੰ ਕਿੱਥੇ ਪਾਉਣਾ ਸੀ? ਕਿਉਂਕਿ ਜਿਨ੍ਹਾਂ ਦੇ ਅੰਦਰ ਮੋਹ ਹੈ, ਜਿਨ੍ਹਾਂ ਦੇ ਅੰਦਰ ਜਿਹੜੀ ਰਿੱਧ ਸਿੱਧ ਹੈ, ਇਹ ਮੋਹ ਹੈ, ਤੇ ਉੱਥੇ ਨਾਮ ਨਹੀਂ ਵਸਦਾ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਉਹ ਵੀ ਆਪਣਾ ਜੀਵਨ ਏਦਾਂ ਹੀ ਗਵਾ ਕੇ ਚਲੇ ਗਏ, ਮਾਇਆ ਦੇ ਵਿੱਚ ਹੀ। 10 ਅਵਤਾਰ ਰਾਜੇ ਹੋਏ ਵਰਤੇ, ਮਹਾਦੇਵ ਅਵਤੂਤਾ। ਏਦਾਂ 10 ਅਵਤਾਰ ਰਾਜੇ ਦੇ ਰੂਪ ਦੇ ਵਿੱਚ ਹੋਏ। ਏਦਾਂ ਹੀ ਹੋਰ ਦੇਵਤੇ ਜਿਵੇਂ ਮਹਾਦੇਵ ਐਸੇ ਆਏ ਸੰਸਾਰ ਦੇ ਵਿੱਚ। ਤਿਨ ਵੀ ਅੰਤ ਨਾ ਪਾਇਓ ਤੇਰਾ, ਲਾਏ ਥਕੇ ਵਿਭੂਤਾ। हे ਪ੍ਰਭੂ, ਤਿਨਾਂ ਵੀ ਤੇਰਾ ਅੰਤ ਨਹੀਂ ਪਾਇਆ। ਥੱਕ ਗਏ ਜ਼ੋਰ ਲਗਾ ਕੇ ਧਿਆਨ। ਭੂਤ ਕਿਹੜੀ ਹੈ? ਧਿਆਨ। ਧਿਆਨ ਉਹ ਵੀ ਲਗਾਉਂਦੇ ਰਹੇ, ਲੇਕਿਨ ਤੇਰਾ ਅੰਤ ਨਹੀਂ ਪਾ ਸਕੇ। ਸਹਿਜ ਸੁਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ। ਕਹਿੰਦੇ ਹੈ ਪ੍ਰਭੂ, ਜਿੱਥੇ ਸੁਖ ਹੈ, ਸਹਿਜ ਹੈ, ਆਨੰਦ ਹੈ, ਉਹ ਨਾਮ ਰਸ ਜਿਹੜੇ ਤੇਰੇ ਸੰਤ ਨੇ, ਜਿਨ੍ਹਾਂ ਨੂੰ ਸੰਤ, ਕਿਉਂਕਿ ਸੰਤ ਕੋਈ ਆਪਣੇ ਆਪ ਨਹੀਂ ਬਣਿਆ ਜਾਂਦਾ, ਜਿਨ੍ਹਾਂ ਨੂੰ ਪ੍ਰਭੂ ਨੇ ਸੰਤ ਬਣਾਇਆ, ਜਿਨ੍ਹਾਂ ਦੇ ਨੂੰ ਪ੍ਰਗਟ ਹੋ ਗਿਆ, ਉਹ ਫਿਰ ਤੇਰੇ ਗੁਣ ਗਾਉਂਦੇ ਨੇ। ਉਹਨਾਂ ਦਾ ਸੰਗ ਕਰਕੇ ਉਹ ਤੇਰੇ ਮੰਗਲ ਗਾਉਂਦੇ ਨੇ, ਤੇਰੀ ਸਿਫਤ ਸਲਾਹ ਕਰਦੇ ਨੇ। ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਹੁਣ ਐਸੇ ਸੰਤ ਜਨ ਫਿਰ ਜਦੋਂ ਗੁਰ ਦਾ ਗਿਆਨ ਦਿੰਦੇ ਨੇ, ਜਿਹਦੇ ਨਾਲ ਜਿਹੜੇ ਅਸਲੀ ਦਰਸ਼ਨ ਨੇ, ਸਫਲ ਦਰਸ਼ਨ ਨੇ, ਸਫਲ ਦਰਸ਼ਨ ਭੇਟਿਓ ਗੁਰ ਨਾਨਕ, ਗੁਰ ਦੀ ਭੇਟ ਹੋ ਜਾਂਦੀ ਹੈ। ਸਤਿਗੁਰੂ ਸਮਝਾਉਂਦੇ ਨੇ, ਜਦੋਂ ਗੁਰ ਦੀ ਭੇਟ, ਗੁਰ ਕੌਣ ਦਿੰਦਾ ਹੈ? ਪ੍ਰਭੂ ਦੇ ਜਿਹੜੇ ਸੰਤ ਨੇ, ਹਰੀ ਦੇ ਜਿਹੜੇ ਸੰਤ ਨੇ। ਤਾਂ ਮਨ ਤਨ ਹਰ ਹਰ। ਫਿਰ ਕਹਿੰਦੇ ਜਾ ਕੇ ਮਨ ਤੇ ਤਨ ਨੇ ਹਰੀ ਨੂੰ ਧਿਆਉਣਾ ਸ਼ੁਰੂ ਕੀਤਾ, ਕਿਉਂਕਿ ਧਿਆਉਣ ਦੇ ਵਿੱਚ ਹੈ। ਧਿਆ ਲਿਆ, ਧਿਆਉਂਦੇ ਰਹੇ ਉਸ ਪ੍ਰਭੂ ਨੂੰ। ਧਿਆ ਸਕਦੇ ਹਾਂ, ਉਸ ਦੇ ਆਨੰਦ ਨੂੰ ਮਾਣ ਸਕਦੇ ਹਾਂ। ਪਰ ਜੇ ਕੋਈ ਜੀਵ ਕਹੇ ਕਿ ਉਸ ਦਾ ਮੈਂ ਅੰਤ ਪਾ ਲਿਆ, ਉਹ ਕੋਈ ਵੀ ਨਹੀਂ ਪਾ ਸਕਿਆ, ਅੱਜ ਤੱਕ ਨਹੀਂ ਪਾ ਸਕਿਆ। ਅੰਤ ਕੀ ਪਾਉਣਾ? ਬਹੁਤੇ ਤਾਂ ਇੱਕ ਤਿਲ ਜਿੰਨੀ ਕੀਮਤ ਵੀ ਨਹੀਂ ਪਾ ਸਕੇ, ਕਿਉਂਕਿ ਇੱਕ ਤਿਲ ਦੀ ਕੀਮਤ ਵੀ, ਇੱਕ ਤਿਲ ਜਿੰਨੀ ਕੀਮਤ ਵੀ ਪਾਉਣੀ ਉਸ ਦੀ ਬੜੀ ਔਖੀ ਹੈ। ਜਿਸਨੂੰ ਆਪਾਂ ਪੜ੍ਹਦੇ ਵੀ ਹਾਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਤਿਲ ਜਿੰਨੀ ਵਡਿਆਈ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਕੌਣ ਕਹਿੰਦਾ ਉਸ ਦੀ ਵਡਿਆਈ? ਜਦ ਤੱਕ ਉਹਦੇ 'ਚ ਸਮਾਉਂਦਾ ਨਹੀਂ, ਉਹਦੇ ਬਾਰੇ ਕਹਿ ਨਹੀਂ ਸਕਦਾ। ਕੌਣ ਕਹਿੰਦਾ? ਜਿਹੜਾ ਉਹਦੇ 'ਚ ਸਮਾ ਜਾਂਦਾ ਹੈ। ਸਮਾਉਣਾ ਕਿਸ ਨੇ ਹੈ? ਜੋਤ ਨੇ, ਜੋਤ ਸਮਾਉਣਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਸੋ ਅਗਲਾ ਸ਼ਬਦ ਫਿਰ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ, ਸੂਹੀ ਮਹੱਲਾ ਪੰਜਵਾਂ। ਰਹੋ ਪੰਕਤੀਆਂ ਨੇ। ਸੰਤੋ ਸਾਗਰ ਪਾਰ ਉਤਰਿਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦਿ ਤਰਿਆ। ਹੁਣ ਸਮਝਾਉਂਦੇ ਨੇ ਕਿ ਜਿਹੜੇ ਸੰਤ ਜਨ ਨੇ, ਉਹ ਸਾਗਰ ਤੋਂ, ਸੰਸਾਰ ਸਾਗਰ, ਸਾਗਰ ਕੀ ਹੈ? ਸੰਸਾਰ ਸਾਗਰ, ਜਿਸਨੂੰ ਭਵ ਸਾਗਰ ਕਹਿ ਦਿੱਤਾ ਹੈ, ਕਿ ਉਹ ਆਪ ਪਾਰ ਹੋ ਗਏ ਨੇ ਸੰਸਾਰ ਸਾਗਰ ਤੋਂ। ਉਹ ਦੂਜੇ ਜੀਵਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਦੇ ਹਨ।
पर पार किवें उतरना है? संत कौन है? जदों मन प्रकाश रूप हो जाता है, संत बन जाता है, तो वो फिर संत सानू जुगत देंदा है तरन दी, किवें तरना है, इस सागर तो किवें पार होना है। जे कोई उन्हां दे बचनां नूं कमाउंदा है, वो बचन की है? गुर। जे को बचन कमावै संतन का, क्योंकि संतां ने सानू जुगती देनी है, फिर असी गुर दे ज्ञान द्वारा पार होना है। सो गुर प्रसादी तरिया, वो फिर गुर दी कृपा सदका पार होता है। ये रहो पंक्तियां ने शब्दियां। कर्म धर्म पखंड जो दिसै, तिन जम जगाती लूटै। हुण जो संसार करता है गुर दी मत तो बिना, गुर दे ज्ञान तो बिना, जो संसार करता है, जिन्ना भी इस संसार दे विच कर्म दिसदा है, कर्म धर्म दिसदा, पखंड दिसदा है, जो चीज़ दिस रही अखां दे नाल, वो सब लुटी जानी इत्थे। कर्म धर्म पखंड जो दिसै, तिन जम जगाती लुटै। कहते इहनूं जम जगाती लुट लैंदे ने, इत्थे ही लुट लैंदे ने, अगे नहीं जाता, क्योंकि दरगाह दे विच जाण वाली ये वस्तु नहीं है। दरगाह दे विच नाम जाता है, वो किसी नूं दिसदा नहीं, उस नूं दिसदा है जिहड़ा उसदे भाणे दे विच चलदा है, उस नूं वो नाम दा प्रकाश हुंदा है। इस करके समझाउंदे ने, कहंदे इत्थे लुटिया जाना है। निर्बान कीर्तन गावो करते का, निमक सिमरत जित छुटै। हुण जिहड़ा कीर्तन प्रभु नूं मिलण दा है, माया तो छुटण दा, वो कीर्तन है निर्बान कीर्तन। निर्बान दा मतलब जिथे प्रकाश है, त्रै गुणा तो उते चौथा पद, जिथे सिर्फ ध्यान है, जिथे अखर खत्म हो जाते हैं, जिथे बोलण नूं कुछ नहीं है, सिर्फ ध्यान नूं है, जिथे बोलण नूं गूंगा हो जाता है जीव, जिथे बोल नहीं सकता, जिसनूं बयान नहीं किया जा सकता, जिसनूं माणिया जा सकता है, वो ज्ञान जिहड़ा जदों असीं लैंदे हां, एक किणका ही सानूं मन दे विच वसाउण दी लोड़ है। एक निमक पल ही उसनूं ज्ञान नूं सुण के मन विच वसा लिया, क्योंकि वो ध्यान दा है, जुगत है, समझना है। उस दे नाल ही फिर साडा मन छुट जाता है, संसार सागर नूं पार कर जाता है, बंधना तो मुक्त हो जाता है। निर्वाण कीर्तन गावो करते कर, निमक सिमरत जित छूट। एक निमक पल ही असी ध्यान लगा लईए, सुन के मन लईए, बचन नूं कमा लईए संतां दे, ते असी छुट सकते हाँ इस बंधना तो, संसारिक बंधना तो, मोह माया दे बंधना तो। कोट तीर्थ मज्जन इशनाना, इस कल मह मैल परिचै। ते सतगुर समझाउंदे ने, जे असी तीर्थां ते, करोड़ां तीर्थां ते चले जाइए, मज्जन कर लईए, मज्जन भी इशनान नूं कहंदा, नहा लईए, इशनान कर लईए, ਉਹਦੇ ਨਾਲ ਕੀ ਹੋਏਗਾ? ਹੋਰ ਮੈਲ ਲੱਗਦੀ ਹੈ। ਇਸ ਕਲ ਮਹਿ ਮੈਲ ਭਰੀ ਜੈ, ਮਨ ਨੂੰ ਹੋਰ ਮੈਲ ਚੜ੍ਹਦੀ ਹੈ, ਹੋਰ ਹੰਕਾਰ ਚੜ੍ਹਦਾ ਹੈ, ਕਿਉਂਕਿ ਸਭ ਕਰਮ ਕਾਂਡ ਹੈ, ਸਭ ਦਿਖਾਵਾ ਹੈ, ਦਿਸਦਾ ਹੈ, ਹੋਰ ਹੰਕਾਰ ਲੱਗਦਾ ਹੈ, ਹੋਰ ਮੈਲ ਲੱਗਦੀ ਹੈ। ਤੀਰਥਾਂ ਦਾ ਭੇਤ ਵੀ ਕਦੋਂ ਆਉਂਦਾ ਹੈ? ਜਦੋਂ ਸਾਨੂੰ ਗੁਰ ਦਾ ਗਿਆਨ ਹੋ ਜਾਂਦਾ ਹੈ। नहीं तो तीर्थां ते जाके होर हंकार वधदा है। जिवें महाराज समझाउंदे ने, तीर्थ नावन जे चलै, मन खोटे तन चोर, एक पौ लत्थी नातियां, दो पौ चढ़िए सोर। कहंदे जे एक पौ लत्थी, दो पौ होर चढ़ गई, दुगनी हो गई। इदां संसार दे विच, कलयुग दे विच, ये सारे ही साडे मन नूं मैल ही लगदी है। साध संग जो हर गुण गावै, सो निर्मल कर लीजै। हाँ, जो साधु जनां दा संग करदा है हरि दे गुणां नूं, क्योंकि साधु हरि दे गुण गाउंदे हैं, उन्हां गुणां नूं जो सुन के मन लैंदा, कमा लैंदा है, वो अपने मन नूं निर्मल कर लैंदा है। वेद कतेब सिमरत सब शास्त्र, इन पढ़िया मुक्त ना होई। मैं कहंदे वेदां नूं
ਕਤੇਬ ਨੂੰ, ਸਿਮਰਤ, ਸ਼ਸਤਰ ਜੋ ਵੀ ਹੈ, ਜੇ ਆਪਾਂ ਸਮਝੀਏ ਵੀ ਇਹਨਾਂ ਨੂੰ ਪੜ੍ਹ ਕੇ ਅਸੀਂ ਮੁਕਤ ਹੋ ਜਾਵਾਂਗੇ, ਮੁਕਤ ਨਹੀਂ ਹੋ ਸਕਦੇ। ਕਿਉਂਕਿ ਮੁਕਤੀ ਦਾ ਸਾਨੂੰ ਮਾਰਗ ਦੱਸਿਆ ਹੈ। ਬਾਣੀ, ਵੇਦ, ਸ਼ਾਸਤਰ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਉਹਨਾਂ ਦਾ ਸੰਗ ਕਰੋ ਜਿਨ੍ਹਾਂ ਨੇ ਇਸ ਸੰਸਾਰ ਸਾਗਰ ਤੋਂ ਪਾਰ ਹੋਏ ਨੇ, ਜਿਨ੍ਹਾਂ ਪ੍ਰਭੂ ਦੇ ਨਾਲ ਮਿਲਾਪ ਕੀਤਾ ਹੈ। ਉਹ ਸਾਨੂੰ ਮਾਰਗ ਦੱਸਣਗੇ, ਉਹ ਸਾਨੂੰ ਜੁਗਤ ਦੱਸਣਗੇ, ਉਹ ਸਾਨੂੰ ਵਿਧ ਦੱਸਣਗੇ, ਉਸ ਸਥਾਨ ਦਾ ਭੇਦ ਦੇਣਗੇ ਜਿੱਥੇ ਪ੍ਰਭੂ ਦਾ ਵਾਸਾ ਹੈ, ਜਿੱਥੇ ਅਸੀਂ ਮਨ ਦਾ ਇਸ਼ਨਾਨ ਕਰਨਾ, ਜਿੱਥੇ ਮਨ ਨੇ ਨਿਰਮਲ ਹੋਣਾ ਹੈ। ਸਿਰਫ ਪੜ੍ਹਨ ਦੇ ਨਾਲ ਅਸੀਂ ਮੁਕਤ ਨਹੀਂ ਹੋ ਸਕਦੇ। ਜੋ ਪੜ੍ਹਿਆ ਉਸ ਨੂੰ ਕਮਾਵਾਂਗੇ ਆਪਣੇ ਜੀਵਨ ਦੇ ਵਿੱਚ, ਉਸ ਨੂੰ ਮੰਨਾਂਗੇ ਤੇ ਕਮਾਵਾਂਗੇ, ਫਿਰ ਹੀ ਮੁਕਤ ਹੋ ਸਕਦੇ ਹਾਂ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਇੱਕ ਅੱਖਰ, ਇੱਕ ਹੀ ਅੱਖਰ ਦਾ ਗਿਆਨ ਹੈ, ਪਰ ਉਹ ਕਿੱਥੋਂ ਗਿਆਨ ਮਿਲਦਾ ਹੈ? ਗੁਰਮੁਖ ਤੋਂ। ਉਸ ਅੱਖਰ ਨੂੰ ਬੋਲਣਾ ਨਹੀਂ ਹੈ, ਜਾਪਣਾ ਹੈ। ਜਾਪਣਾ ਹੁੰਦਾ ਦੇਖਣਾ, ਕਿਉਂਕਿ ਉਹਨਾਂ ਨੇ ਇੱਕ ਜੁਗਤ ਦੇਣੀ ਹੁੰਦੀ ਹੈ ਕਿ ਕਿਵੇਂ ਆਪਾਂ ਆਪਣੀ ਦ੍ਰਿਸ਼ਟੀ ਨੂੰ ਪਰਮੇਸ਼ਰ 'ਚ ਜੋੜਨਾ, ਕਿਵੇਂ ਆਪਣੇ ਧਿਆਨ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਨਾ ਹੈ। ਇੱਕ ਹੀ ਅੱਖਰ ਦਾ, ਉਹ ਅੱਖਰ ਕਿਹੜਾ ਹੈ? ਈ ਬੜੀ ਅੱਖਰ ਹੈ। ਉਸ ਅੱਖਰ ਨੂੰ ਆਪਾਂ ਜੇ ਸਮਝ ਲਾਂਗੇ, ਪਹਿਚਾਣ ਲਾਂਗੇ, ਉਸ ਨੂੰ ਕਮਾ ਲਵਾਂਗੇ ਤੇ ਫਿਰ ਸਾਡਾ ਮਨ ਨਿਰਮਲ ਹੁੰਦਾ ਹੈ। ਕੀ ਹੈ ਕਿ ਉਹ ਦੋ ਆਪਾਂ ਇੱਕ ਹੁੰਦੇ ਹਾਂ ਤੇ ਫਿਰ ਇੱਧਰ ਨੂੰ ਚੱਲਣਾ ਹੈ। ਇਹ ਧਿਆਨ, ਇਹ ਇੱਕ ਹੀ ਅੱਖਰ ਹੈ ਜਿਹੜਾ ਸਾਨੂੰ ਮਨ ਨੂੰ ਨਿਰਮਲ ਕਰ ਦਿੰਦਾ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾ ਕੋ ਸਾਂਝਾ। ਇਹ ਜਿਹੜਾ ਉਪਦੇਸ਼ ਹੈ, ਇਹ ਜਿਹੜਾ ਇੱਕ ਹੀ ਅੱਖਰ ਦਾ ਗਿਆਨ ਹੈ, ਜਿਹੜਾ ਇੱਕ ਹੀ ਸੰਤਾਂ ਦੁਆਰਾ ਦਿੱਤਾ ਬਚਨ ਹੈ, ਗੁਰ ਹੈ, ਸਾਰਿਆਂ ਦੇ ਵਾਸਤੇ ਸਾਂਝਾ ਹੈ। ਖੱਤਰੀ ਵਾਸਤੇ ਵੀ, ਬ੍ਰਾਹਮਣ ਵਾਸਤੇ ਵੀ, ਸ਼ੂਦਰ ਵਾਸਤੇ ਵੀ, ਵੈਸ ਵਾਸਤੇ ਵੀ, ਸਾਰਿਆਂ ਨੂੰ ਸਾਂਝਾ ਗਿਆਨ ਹੈ, ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਯੁਗਾਂ ਤੋਂ ਇੱਕੋ ਹੀ ਉਪਦੇਸ਼ ਚੱਲਿਆ ਆ ਰਿਹਾ ਹੈ। ਗੁਰਮੁਖ ਨਾਮ ਜਪੈ, ਉਧਰੈ ਸੋ ਕਲਮ। ਹੁਣ ਉਹ ਹੈ ਗੁਰਮੁਖ ਤੋਂ ਪਹਿਲਾਂ ਗਿਆਨ ਲੈਣਾ ਹੈ, ਕਿਉਂਕਿ ਉਹ ਮੁਖ ਦੁਆਰਾ ਸਾਨੂੰ ਦੱਸਦੇ ਨੇ, ਗਿਆਨ ਦਿੰਦੇ ਨੇ। ਗਿਆਨ ਕਿੱਥੇ ਪਾਉਣਾ? ਨੇਤਰਾਂ 'ਚ ਧਿਆਨ ਦਾ ਮਾਰਗ ਸਿੱਖਣਾ ਹੈ, ਸਮਝਣਾ ਹੈ, ਮੁਖ ਦੁਆਰਾ ਚੱਲਣਾ ਹੈ, ਨੇਤਰਾਂ ਦੁਆਰਾ ਸੁਣਨਾ, ਕੰਨਾਂ ਦੁਆਰਾ ਹੈ। ਉਸ ਗਿਆਨ ਨੂੰ, ਗੁਰ ਨੂੰ, ਤੇ ਫਿਰ ਉਹ ਕਲਯੁਗ ਦੇ ਵਿੱਚ ਘਟ ਦੇ ਵਿੱਚ ਪਰਮੇਸ਼ਰ ਨੂੰ ਦੇਖ ਸਕਦਾ ਹੈ, ਕਿਉਂਕਿ ਪਰਮੇਸ਼ਰ ਜਿਹੜਾ ਹੈ ਘਟ ਦੇ ਵਿੱਚ ਹੈ, ਤੇ ਗੁਰਮੁਖ ਉਸ ਨੂੰ, ਪ੍ਰਭੂ ਨੂੰ ਘਟ ਦੇ ਵਿੱਚ ਦੇਖਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ, ਗੁਰਮੁਖ ਸ਼ਸਤਰ ਸਿਮਰਤ ਵੇਦ, ਗੁਰਮੁਖ ਪਾਵੈ ਘਟ ਭੇਦ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਨਾ ਗੁਰਮੁਖ ਉਸਨੇ ਉਸ ਨੂੰ ਪਹਿਚਾਨ ਲਿਆ ਹੈ, ਉਹ ਫਿਰ ਸਾਨੂੰ ਭੇਦ ਦਿੰਦਾ ਹੈ, ਕਿਉਂਕਿ ਪਰਮੇਸ਼ਰ ਕਿੱਥੇ ਵਸਦਾ? ਘਟ ਦੇ ਵਿੱਚ। ਘਟ ਮੈਂ ਜੋ ਹਰ ਜੂ, ਘਟ ਮੈਂ ਹਰ ਜੂ ਵਸੈ, ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਪਉ ਨਿਤ ਉਤਰੈ ਪਾਰ। ਸੋ ਪਿਆਰਿਓ, ਆਓ ਹੁਣ ਨਾਲ ਆਪਾਂ ਕਰਨਾ ਕਿਵੇਂ ਹੈ ਸਮਝੀਏ, ਧਿਆਉਣਾ ਕਿਵੇਂ ਹੈ, ਕਿਉਂਕਿ ਧਿਆਨ ਹੈ ਇੱਕ ਹੀ ਜੁਗਤ ਹੈ। ਉਹ ਜੁਗਤ ਕੀ ਹੈ? ਜੋ ਈਵੜੀ ਅੱਖਰ ਹੈ, ਈੜੀ ਅੱਖਰ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੱਟੀ ਲਿਖੀ ਦੇ ਵਿੱਚ ਈਵੜੀ ਕਿਹਾ ਹੈ। ਉਹ ਹੈ ਕਿ ਦੋ ਦ੍ਰਿਸ਼ਟੀ ਸਾਡੀ, ਆਪਣਾ ਦੋਨਾਂ ਨੇਤਰਾਂ ਨੂੰ, ਦ੍ਰਿਸ਼ਟੀ ਨੂੰ ਸਭ ਤੋਂ ਪਹਿਲਾਂ ਇਸ ਪੁਆਇੰਟ ਤੇ ਸਮ ਕਰਨਾ ਹੈ। ਇੱਥੇ ਟਿਕਾਣਾ, ਇੱਥੇ ਧਿਆਨ ਨੂੰ ਸਮ ਕਰਨ ਦੇ ਨਾਲ, ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਸਾਨੂੰ ਮਨ ਦਾ ਗਿਆਨ ਹੋਣਾ ਸ਼ੁਰੂ ਹੁੰਦਾ ਹੈ। ਇੱਥੇ ਦੇਖ ਕੇ ਆਪਾਂ ਇਹ ਦੇਖਣਾ ਹੁੰਦਾ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ, ਕਿਉਂਕਿ ਸਾਨੂੰ ਇੱਕ ਦ੍ਰਿਸ਼ਟ ਤੇ ਦੋ ਦ੍ਰਿਸ਼ਟੀ ਦਾ ਭੇਦ ਆਏਗਾ। ਜੇ ਇੱਥੇ ਧਿਆਨ ਟਿਕਾਉਣ ਦੇ ਨਾਲ
ਦੋਨਾਂ ਨੇਤਰਾਂ ਦਾ ਧਿਆਨ ਇਸ ਪੁਆਇੰਟ ਤੇ ਟਿਕਾਉਣ ਦੇ ਨਾਲ ਸਾਨੂੰ ਇੱਥੇ ਨੱਕ ਨਾ ਦਿਸੇ ਤਾਂ ਅਸੀਂ ਇੱਕ ਦ੍ਰਿਸ਼ਟ ਹਾਂ। ਜੇਕਰ ਨੱਕ ਦਿਸਦਾ ਹੈ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਫਿਰ ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੁੰਦਾ ਕਿ ਕਿਸ ਪਾਸੇ ਤੋਂ ਦਿਸਦਾ ਹੈ, ਕਿਉਂਕਿ ਜਿਸ ਪਾਸੇ ਸਾਡਾ ਧਿਆਨ ਜ਼ਿਆਦਾ ਹੋਏਗਾ ਉਸ ਪਾਸੇ ਤੋਂ ਸਾਨੂੰ ਆਪਣਾ ਨੱਕ ਨਜ਼ਰ ਆਏਗਾ। ਜੇ ਧਿਆਨ ਸੱਜੇ ਜ਼ਿਆਦਾ ਹੋਏਗਾ ਸੱਜੇ ਪਾਸੇ ਨੱਕ ਦਿਸੇਗਾ। ਜੇ ਧਿਆਨ ਖੱਬੇ ਜ਼ਿਆਦਾ ਹੋਏਗਾ ਖੱਬੇ ਪਾਸਿਓਂ ਦਿਸੇਗਾ। ਜੇ ਧਿਆਨ ਵਿਚਾਲੇ ਹੋਏਗਾ ਫਿਰ ਸਾਨੂੰ ਦੋਨੋਂ ਪਾਸੇ ਤੋਂ ਨਜ਼ਰ ਆਏਗਾ। ਜੇ ਅਸੀਂ ਇੱਕ ਦ੍ਰਿਸ਼ਟ ਹੋਵਾਂਗੇ ਫਿਰ ਸਾਨੂੰ ਨੱਕ ਨਜ਼ਰ ਨਹੀਂ ਆਏਗਾ, ਤੇ ਜਦੋਂ ਗਿਆਨ ਲੈ ਕੇ ਧਿਆਉਣਾ ਸ਼ੁਰੂ ਕਰਾਂਗੇ ਫਿਰ ਸਾਨੂੰ ਇਹੀ ਪ੍ਰਕਾਸ਼ ਨਜ਼ਰ ਆਏਗਾ। ਇਸ ਤਰੀਕੇ ਦੇ ਨਾਲ ਸਾਨੂੰ ਫਿਰ ਭੇਤ ਆਉਂਦਾ ਹੈ ਆਪਣੇ ਆਪ ਦਾ। ਆਪਾਂ ਕਰਨਾ ਕੀ ਹੈ ਉਸ ਨੂੰ ਸਮਝੀਏ। ਜੇਕਰ ਕੋਈ ਨਵਾਂ ਜੀਵ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ। ਆਪਾਂ ਪਹਿਲਾਂ ਸਭ ਤੋਂ ਪਹਿਲਾਂ ਹੁਣ ਆਪਣੀ ਦ੍ਰਿਸ਼ਟੀ ਇਸ ਪੁਆਇੰਟ ਤੇ ਫੋਕਸ ਕਰਕੇ ਆਪਣੇ ਆਪ ਨੂੰ ਦੇਖਾਂਗੇ। ਇਹ ਦੇਖਾਂਗੇ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਫਿਰ ਕਿਸ ਪਾਸੇ ਤੋਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ। ਇਹਨਾਂ ਆਪਣੇ ਆਪ ਨੂੰ ਆਪਾਂ ਪਰਖਾਂਗੇ ਪਹਿਲਾਂ। ਫਿਰ ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਈਏ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਇੱਥੋਂ ਆਪਾਂ ਕੀ ਕਰਾਂਗੇ, ਪਲਕਾਂ ਉੱਤੇ ਚੁੱਕ ਦਾਂਗੇ। ਇਹ ਤਾਂ ਫਿਰ ਮੈਂ ਜਦੋਂ ਕਹਾਂਗਾ ਆਪ ਜੀ ਨੂੰ ਕਿ ਧਿਆਨ ਸਾਹਮਣੇ ਲੈ ਆਓ ਫਿਰ ਆਪਾਂ ਵਾਪਸ ਸਾਹਮਣੇ ਲੈ ਕੇ ਆਵਾਂਗੇ। ਫਿਰ ਜਦੋਂ ਕਹਾਂਗਾ ਨੱਕ ਤੇ ਸਮ ਕਰਕੇ ਦੇਖੀਏ ਫਿਰ ਇਸ ਪੁਆਇੰਟ ਤੇ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖਾਂਗੇ। ਫਿਰ ਦੇਖਾਂਗੇ ਜੇ ਕਿਸੇ ਨੂੰ ਨੱਕ ਦਿਸਦਾ ਹੋਇਆ ਵਿਸ਼ਵਾਸ ਦੇ ਨਾਲ ਇਹਨਾਂ ਧਿਆਨ ਲਾਉਣ ਦੇ ਨਾਲ ਵਾਪਸ ਆ ਕੇ ਦੇਖਾਂਗੇ ਇੱਕ ਦ੍ਰਿਸ਼ਟ ਹੋ ਜਾਵਾਂਗੇ। ਇੱਕ ਦ੍ਰਿਸ਼ਟ ਹੋ ਜਾਵਾਂਗੇ ਸਾਡਾ ਮਨ ਦੇਵਤਾ ਬਣ ਜਾਂਦਾ ਹੈ ਤੇ ਫਿਰ ਦੇਵਤਾ ਬਣ ਕੇ ਫਿਰ ਅਸੀਂ ਗੁਰ ਨੂੰ ਇਸ ਨੂੰ ਬਚਨ ਨੂੰ ਕਮਾਵਾਂਗੇ ਤੇ ਫਿਰ ਸਾਡਾ ਮੁਖ ਉਜਲ ਹੋਏਗਾ, ਮਨ ਪ੍ਰਕਾਸ਼ ਹੋ ਜਾਏਗਾ। ਸਾਨੂੰ ਆਪਣੇ ਮੁਖ ਤੇ ਪ੍ਰਕਾਸ਼ ਹੀ ਅਨੁਭਵ ਹੋਏਗਾ। ਇੱਥੇ ਸਾਰਾ ਸਾਨੂੰ ਇਸ ਤੋਂ ਉੱਪਰ ਸਾਨੂੰ ਇਹ ਲੱਗੇਗਾ ਜੇ ਸਾਡਾ ਮੁਖ ਹੈ ਸਾਰਾ ਪ੍ਰਕਾਸ਼ ਹੈ। ਇੱਥੇ ਤੱਕ ਆਪਾਂ ਨੂੰ ਆਪਣੇ ਮੁਖ ਤੇ ਪ੍ਰਕਾਸ਼ ਹੀ ਨਜ਼ਰ ਆਏਗਾ। ਸਿਰਫ ਇਹ ਤੋਂ ਨੀਚੇ ਇਹ ਆਪਾਂ ਨੂੰ ਦਾੜੀ ਨਜ਼ਰ ਆਏਗੀ। ਇੱਥੇ ਆਪਣੇ ਫੇਸ ਦੇ ਉੱਤੇ ਸਾਨੂੰ ਸਾਰੇ ਫੇਸ ਦੇ ਉੱਤੇ ਪ੍ਰਕਾਸ਼ ਹੀ ਨਜ਼ਰ ਆਏਗਾ। ਮੁਖ ਉਜਲ ਹੋ ਜਾਏਗਾ ਕਿਉਂਕਿ ਥੱਲੇ ਕਰਮ ਇੰਦਰੀਆਂ ਨੇ, ਉੱਪਰ ਗਿਆਨ ਇੰਦਰੀਆਂ ਨੇ। ਸਾਡਾ ਮੁਖ ਪ੍ਰਕਾਸ਼ ਹੋ ਜਾਏਗਾ ਤੇ ਆਪਾਂ ਉਸ ਦਾ ਰੂਪ ਹੋ ਜਾਂਦੇ ਹਾਂ। ਫਿਰ ਸਾਨੂੰ ਸਾਰੇ ਪਾਸੇ ਹੀ ਉਹ ਮਾਲਕ ਦਿਸਦਾ ਹੈ। ਜਦੋਂ ਅਸੀਂ ਉਸਦੇ ਹੁਕਮ ਵਿੱਚ ਚੱਲਦੇ ਹਾਂ, ਉਸਦੀ ਰਜ਼ਾ ਦੇ ਵਿੱਚ ਚੱਲਦੇ ਹਾਂ, ਸਾਨੂੰ ਆਪਣਾ ਬਣਾ ਲੈਂਦਾ ਹੈ। ਸਾਡਾ ਕਦੇ ਵਿਛੋੜਾ ਨਹੀਂ ਹੈ, ਪਰ ਉਸਦੇ ਭਾਣੇ ਦੇ ਵਿੱਚ ਰਹਿਣਾ ਹੈ, ਪਾਣਾ ਮੰਨਣਾ ਹੈ ਤੇ ਉਸ ਤੋਂ ਮੰਗਣਾ ਹੈ ਕਿ ਹੇ ਪ੍ਰਭੂ ਸਾਨੂੰ ਆਪਣੇ ਭਾਣੇ ਦੇ ਵਿੱਚ ਰੱਖ, ਸਾਨੂੰ ਆਪਣਾ ਭਾਣਾ ਮਨਾ। ਸੋ ਇਸ ਤਰੀਕੇ ਨਾਲ ਫਿਰ ਆਪਣਾ ਜੀਵਨ ਸਫਲ ਹੁੰਦਾ। ਸੋ ਆਓ ਸਾਰੇ ਹੀ ਆਪਣੀ ਦ੍ਰਿਸ਼ਟੀ ਨੂੰ ਸਮ ਕਰਕੇ ਦੇਖੀਏ। ਆਪਣੇ ਨੱਕ ਤੇ ਧਿਆਨ ਲਗਾ ਕੇ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇ ਦਿਸਦਾ ਕਿਸ ਪਾਸੇ ਤੋਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ। ਆਓ ਸਾਰੇ ਦੇਖੀਏ। सामने लेके आइए ध्यान, सामने देखिए।
ਮਸਤਕ ਦੇ ਸਾਹਮਣੇ ਲੈ ਜੋ ਧਿਆਨ, ਪਲਕਾਂ ਉੱਤੇ ਚੁੱਕ ਦੋ। फिर सामने लेके आइए ध्यान, सामने देखिए। फिर नक की दृष्टि सम करके देखिए। हुण देखना है जे कोई नवा जीव किसी नक दिसदा सी पहला कि हुण दिसनों हट गया, क्योंकि जदों एक दृष्ट हो गए सानू नक नहीं दिसेगा। इस पासे हल्का जिहा एक सानू परछाई जी अनुभव हो सकती पहला पहला, जिथे फिर प्रकाश होना है, जिथे इसने बिल्कुल इन्ना निर्मल हो जाना है, पानी की तरह, शीशे की तरह सानू अपना नक भी शीशे की तरह दिसेगा। ध्यान नीचे ले जी। हुण नीचे जो भी कपड़ा वगैरह बिछे थले उस तो ऊपर चादर फर्ज करो, चादर बिछे उस तो थोड़ा ऊपर देखांगे, रिलैक्स देखांगे। एक बिंदु नहीं देखना, एक पॉइंट नहीं देखना, बिल्कुल रिलैक्स छड्डदा है, जिवें आपां सरोवर दे विच देखदे हां। खुला इदां इत्थे थले ध्यान खुला छड्ड के देखना है। सानू इत्थे ही प्रकाश अनुभव होना शुरू हो जाएगा। सानू इदां अनुभव होएगा जिवें सरोवर दे विच पानी दी लहरां हुंदियां ने, इत्थे प्रकाश दी हलचल अनुभव होनी शुरू हो जाती है, जिसनूं आपां देखी जाना है, ध्याई जाना है। फिर सम करके दृष्टि अपने आप में देखिए। फिर दृष्टि रखते सम करके अपने आप में देखिए। फिर नीचे ले जाइए ध्यान।
नीचे रिलैक्स देखिए, फिर अपन बिल्कुल रिलैक्स देखना है नीचे। फिर दृष्टि सम करके देखिए अपने आप। फिर नीचे ले जाइए ध्यान। सामने लेके आइए ध्यान, सामने देखिए।
ਮਸਤਕ ਦੇ ਸਾਹਮਣੇ ਲੈ ਜੀ ਧਿਆਨ, ਪਲਕ ਉੱਤੇ ਚੁੱਕ ਦੋ। फिर सामने लेके आइए ध्यान। नीचे लीजिए ध्यान। और सम करके अपने आप में देखिए, दृष्टि सम करके अपने आप में देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां अभ्यास करांगे समझ के, ते फिर सानू कदे भी नहीं विसरेगा परमेश्वर। फिर सदा असीं उसदे सरमुख रवांगे, पर सानू आसरा उस परमेश्वर दा तकना पएगा।
ਸਭ ਆਸਰੇ ਛੱਡ ਕੇ ਇੱਕ ਪਰਮੇਸ਼ਰ ਦਾ ਆਸਰਾ ਤੇ ਉਸ ਦਾ ਪਾਣਾ ਜਿਵੇਂ ਰੱਖਦਾ ਉਵੇਂ ਆਪਾਂ ਜਦੋਂ ਰਵਾਂਗੇ। ਬਸ ਜਦੋਂ ਪਾ ਗਏ ਉਸ ਨੂੰ ਤੇ ਫਿਰ ਸਾਡਾ ਕਦੇ ਵਿਛੋੜਾ ਨਹੀਂ ਹੈ ਉਸ ਮਾਲਕ ਤੋਂ, ਕਿਉਂਕਿ ਸੰਸਾਰ ਹੈ, ਸੰਸਾਰ ਜਿਹੜਾ ਹੈ ਆਪਾਂ ਇੱਥੇ ਆਏ ਹਾਂ ਪਿਛਲੇ ਕਰਮਾਂ ਅਨੁਸਾਰ ਸਾਨੂੰ ਇੱਥੇ ਦੁੱਖ ਸੁੱਖ ਆਉਂਦੇ ਹਨ। ਪੂਰਵ ਜਨਮ ਦੇ ਕੀਤੇ ਕਰਮਾਂ ਕਰਕੇ ਆਪਾਂ ਨੂੰ ਦੁੱਖ ਸੁੱਖ ਨੇ, ਲੇਕਿਨ ਇੱਥੇ ਆਪਾਂ ਹੁਣ ਭਗਤੀ ਕਰਕੇ ਅੱਗੇ ਨੂੰ ਸਦੀਵੀ ਪਰਮੇਸ਼ਰ 'ਚ ਵਸਣ ਵਾਸਤੇ, ਮੁਕਤੀ ਦੇ ਵਾਸਤੇ ਹੁਣ ਆਪਾਂ ਕਾਰਜ ਕਰਨਾ ਹੈ। ਜਿਹਾ ਜਿਹਾ ਬੀਜਾਂਗੇ ਉਹ ਜਿਹਾ ਵੱਢਾਂਗੇ। ਇਸ ਕਰਕੇ ਆਪਾਂ ਨਾਮ ਦਾ ਬੀਜ ਆਪਣੇ ਹਿਰਦੇ ਦੇ ਵਿੱਚ ਬੀਜਣਾ ਹੈ, ਜਮਾਉਣਾ ਹੈ, ਅਤੇ ਇਸ ਦੇ ਵਿੱਚ ਜਿਹੜੇ ਸਾਡੇ ਅੰਦਰ ਵਿਚਾਰ ਨੇ ਮਾੜੇ ਉਹਨਾਂ ਨੂੰ ਖਤਮ ਕਰਨਾ ਹੈ। ਜਿਵੇਂ ਫਸਲ ਦੇ ਵਿੱਚ ਕੋਈ ਘਾਹ ਹੋ ਜਾਂਦਾ ਉਸ ਨੂੰ ਅਸੀਂ ਕੁੱਟ ਦਿੰਦੇ ਹਾਂ, ਇੱਦਾਂ ਆਪਣੇ ਅੰਦਰ ਕੋਈ ਵੀ ਭਰਮ ਮਾੜੇ ਵਿਚਾਰ ਨਹੀਂ ਟਿਕਣ ਦੇਣੇ, ਸਿਰਫ ਗੁਰ ਦੇ ਗਿਆਨ ਨੂੰ ਟਿਕਾ ਕੇ ਰੱਖਣਾ ਹੈ। ਸੋ ਆਓ ਇੰਨੇ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।